नमस्कार खबरां दे इस बुलेटिन च तुहाडा स्वागत। मैं रजनी। पहला पेश ने चोण दीआं खबरां। राष्ट्रपति रामनाथ कोविंद ने विद्यार्थियों ਨੂੰ ਮਜ਼ਬੂਤ ਰਾਸ਼ਟਰ ਨਿਰਮਾਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਕਿਹਾ ਸਿੱਖਿਆ ਮਨ ਅਤੇ ਆਤਮਾ ਨੂੰ ਅਗਿਆਨਤਾ ਤੇ ਨਕਾਰਾਤਮਕਤਾ ਤੋਂ ਮੁਕਤ ਕਰਦੀ ਹੈ। ਚਾਰ ਸੂਬਿਆਂ ਦੀਆਂ 16 ਰਾਜ ਸਭਾ ਸੀਟਾਂ ਲਈ ਵੋਟਿੰਗ ਅੱਜ ਹੋਵੇਗੀ। केंद्र ਵੱਲੋਂ ਫਸਲਾਂ ਲਈ ਐਲਾਨੇ MSP ਦਾ ਕਿਸਾਨਾਂ ਨੇ ਕੀਤਾ ਭਰਵਾਂ ਸਵਾਗਤ। ਦੱਖਣ ਅਫਰੀਕਾ ਦੀ ਟੀਮ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਮੌਜੂਦਾ T20 ਕੌਮਾਂਤਰੀ ਕ੍ਰਿਕਟ ਲੜੀ 'ਚ ਪਹਿਲੀ ਜਿੱਤ ਹਾਸਲ ਕੀਤੀ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਭਾਰਤੀ ਪ੍ਰਬੰਧਨ ਸੰਸਥਾਨ ਜੰਮੂ ਦੇ 5ਵੇਂ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਸਿੱਖਿਆ ਪ੍ਰਣਾਲੀ ਉੱਚ ਸਿੱਖਿਆ ਦੇ ਨਵੇਂ ਯੁੱਗ ਦੀ ਸ਼ੁਰੂਆਤ ਦੇ ਨਾਲ-ਨਾਲ ਸਿੱਖਿਆ ਤੰਤਰ 'ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇੱਕ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਮਨ ਅਤੇ ਆਤਮਾ ਨੂੰ ਅਗਿਆਨਤਾ ਅਤੇ ਨਕਾਰਾਤਮਕਤਾ ਤੋਂ ਮੁਕਤ ਕਰਦੀ ਹੈ। ਚੋਟੀ ਦੇ 3 ਸੋਨ ਤਮਗੇ ਜਿੱਤਣ ਵਾਲੀਆਂ ਵਿਦਿਆਰਥਣਾਂ ਦੀ ਸ਼ਲਾਘਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਔਰਤਾਂ ਦੇ ਸਸ਼ਕਤੀਕਰਨ ਨਾਲ ਅੱਗੇ ਵਧ ਰਿਹਾ ਹੈ। ਇਸ ਸਾਲ ਕੁੱਲ 274 ਵਿਦਿਆਰਥੀਆਂ ਨੂੰ ਬਿਜ਼ਨਸ ਮੈਨੇਜਮੈਂਟ ਦੀ ਮਾਸਟਰ ਡਿਗਰੀ ਪ੍ਰਦਾਨ ਕੀਤੀ ਗਈ। ਰਾਸ਼ਟਰਪਤੀ ਨੇ ਇਸ ਦੌਰਾਨ ਸੰਸਥਾ ਵਿੱਚ ਡਾਇਵਰਸਿਟੀ ਸੈੱਲ ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਵਿੱਚ ਗੁਜਰਾਤ ਗੌਰਵ ਅਭਿਆਨ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਉਹ ਨਵਸਾਰੀ ਜ਼ਿਲ੍ਹੇ ਦੇ ਕਬਾਇਲੀ ਖੇਤਰ ਖੁਡਵੀਲ ਵਿੱਚ ਤਕਰੀਬਨ 3050 ਕਰੋੜ ਰੁਪਏ ਦੀ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਕੁਝ ਇੱਕ ਦੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਤਾਪੀ, ਨਵਸਾਰੀ ਅਤੇ ਸੂਰਤ ਜ਼ਿਲ੍ਹਿਆਂ ਦੇ ਵਾਸੀਆਂ ਲਈ 13 ਜਲ ਸਪਲਾਈ ਪ੍ਰੋਜੈਕਟਾਂ ਦਾ ਭੂਮੀ ਪੂਜਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਤੇ 961 ਕਰੋੜ ਰੁਪਏ ਦੀ ਲਾਗਤ ਆਵੇਗੀ। ਪ੍ਰਧਾਨ ਮੰਤਰੀ ਮੋਦੀ ਨਵਸਾਰੀ ਜ਼ਿਲ੍ਹੇ ਵਿੱਚ 542 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਦਾ ਭੂਮੀ ਪੂਜਨ ਵੀ ਕਰਨਗੇ। ਇਹ ਸੰਸਥਾਨ ਇਲਾਕੇ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਸਤੀਆਂ ਤੇ ਮਿਆਰੀ ਡਾਕਟਰੀ ਸੇਵਾਵਾਂ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨਵਸਾਰੀ ਵਿੱਚ AM ਨਾਗ ਹੈਲਥ ਕੇਅਰ ਕੰਪਲੈਕਸ ਅਤੇ ਨਿਰਾਲੀ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਭੋਪਲ ਅਹਿਮਦਾਬਾਦ ਵਿਖੇ ਇੰਡੀਅਨ ਨੈਸ਼ਨਲ ਸੈਂਟਰ ਫਾਰ ਸਪੇਸ ਪ੍ਰਮੋਸ਼ਨ ਐਂਡ ਅਥਾਰਟੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਵੀ ਕਰਨਗੇ। 4 ਸੂਬਿਆਂ ਦੀਆਂ 16 ਰਾਜ ਸਭਾ ਸੀਟਾਂ ਲਈ ਅੱਜ ਵੋਟਿੰਗ ਹੋਵੇਗੀ। ਚੋਣ ਨਤੀਜੇ ਵੀ ਅੱਜ ਹੀ ਐਲਾਨ ਦਿੱਤੇ ਜਾਣਗੇ। ਮਹਾਰਾਸ਼ਟਰ ਦੀਆਂ 6, ਰਾਜਸਥਾਨ ਅਤੇ ਕਰਨਾਟਕ ਦੀਆਂ 4 ਤੇ ਹਰਿਆਣਾ ਦੀਆਂ 2 ਰਾਜ ਸਭਾ ਸੀਟਾਂ ਲਈ ਅੱਜ ਚੋਣਾਂ ਕਰਵਾਈਆਂ ਜਾ ਰਹੀਆਂ ਨੇ। ਇਸ ਤੋਂ ਪਹਿਲਾਂ ਵੱਖ-ਵੱਖ ਰਾਜਾਂ ਦੀਆਂ 41 ਰਾਜ ਸਭਾ ਸੀਟਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਨੇ। ਇਨ੍ਹਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ 14 ਸੀਟਾਂ ਤੇ ਜਿੱਤ ਦਰਜ ਕੀਤੀ ਹੈ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 8, ਬਿਹਾਰ ਅਤੇ ਮੱਧ ਪ੍ਰਦੇਸ਼ ਦੀਆਂ 2-2 ਜਦਕਿ ਝਾਰਖੰਡ ਅਤੇ ਉੱਤਰਾਖੰਡ ਦੀ ਇੱਕ ਸੀਟ ਸ਼ਾਮਲ ਹੈ। ਕਾਂਗਰਸ ਨੇ ਛੱਤੀਸਗੜ੍ਹ ਦੀਆਂ 2 ਅਤੇ ਤਾਮਿਲਨਾਡੂ ਤੇ ਮੱਧ ਪ੍ਰਦੇਸ਼ ਵਿੱਚ ਇੱਕ ਸੀਟ ਤੇ ਜਿੱਤ ਦਰਜ ਕੀਤੀ ਹੈ। ਕਾਂਗਰਸ ਦੀ ਸਾਬਕਾ ਨੇਤਾ ਕਪਿਲ ਸਿੱਬਲ ਅਤੇ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜਯੰਤ ਚੌਧਰੀ ਸਮਾਜਵਾਦੀ ਪਾਰਟੀ ਦੇ ਸਮਰਥਨ ਨਾਲ ਉੱਤਰ ਪ੍ਰਦੇਸ਼ ਤੋਂ ਆਜ਼ਾਦ ਉਮੀਦਵਾਰ ਵਜੋਂ ਚੁਣੇ ਗਏ ਨੇ। ਪੰਜਾਬ ਦੀਆਂ 2 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀਟਾਂ ਹਾਸਲ ਕਰਨ 'ਚ ਕਾਮਯਾਬ ਰਹੇ। ਸੰਗਰੂਰ ਪਾਰਲੀਮਾਨੀ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਕੱਲ੍ਹ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦਾ ਆਖਰੀ ਦਿਨ ਸੀ। ਇਸ ਦੌਰਾਨ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਨਹੀਂ ਲਏ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਚੋਣ ਲਈ ਪੋਲਿੰਗ 23 ਜੂਨ ਨੂੰ ਕਰਵਾਈ ਜਾਵੇਗੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸੈਕਟਰ ਕਮਾਂਡਰ ਪੱਧਰ ਦੀ ਇੱਕ ਮੀਟਿੰਗ ਗੁਰਦਾਸਪੁਰ ਜ਼ਿਲ੍ਹੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਕੰਪਲੈਕਸ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ BSF ਤੇ ਪਾਕਿਸਤਾਨੀ ਰੇਂਜਰਸ ਦੇ ਅਧਿਕਾਰੀ ਸ਼ਾਮਲ ਹੋਏ। ਭਾਰਤ ਵੱਲੋਂ BSF ਦੇ ਗੁਰਦਾਸਪੁਰ ਸਥਿਤ ਹੈੱਡਕੁਆਰਟਰ ਦੇ DIG ਪ੍ਰਭਾਕਰ ਜੋਸ਼ੀ ਅਤੇ ਹੋਰ ਅਧਿਕਾਰੀ ਮੌਜੂਦ ਰਹੇ। ਪਾਕਿਸਤਾਨ ਵੱਲੋਂ ਬ੍ਰਿਗੇਡੀਅਰ
ਫਹਿਦ ਆਯੂਬ ਦੀ ਅਗਵਾਈ ਵਿੱਚ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਡਰੋਨ ਸਰਗਰਮੀਆਂ, ਨਸ਼ੀਲੀਆਂ ਵਸਤਾਂ ਅਤੇ ਪਾਬੰਦੀਸ਼ੁਦਾ ਹਥਿਆਰਾਂ ਦੀ ਪਾਕਿਸਤਾਨ ਵੱਲੋਂ ਸਮਗਲਿੰਗ ਦਾ ਮੁੱਦਾ ਚੁੱਕਿਆ। ਉਨ੍ਹਾਂ ਪਾਕਿਸਤਾਨ ਰੇਂਜਰਸ ਦੇ ਕਮਾਂਡਰ ਨੂੰ ਪਾਕਿਸਤਾਨ ਵੱਲੋਂ ਅਜਿਹੀਆਂ ਸਰਗਰਮੀਆਂ ਰੋਕਣ ਲਈ ਠੋਸ ਕਦਮ ਚੁੱਕਣ ਲਈ ਆਖਿਆ। ਇਸ ਤੇ ਪਾਕਿਸਤਾਨੀ ਰੇਂਜਰਸ ਦੀ ਟੀਮ ਨੇ ਢੁਕਵੇਂ ਕਦਮ ਚੁੱਕਣ ਦਾ ਭਰੋਸਾ ਦਿੱਤਾ। ਕੇਂਦਰ ਸਰਕਾਰ ਵੱਲੋਂ ਖਰੀਦ ਸੀਜ਼ਨ 2022-23 ਦੌਰਾਨ ਸਾਉਣੀ ਦੀਆਂ ਸਾਰੀਆਂ 14 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦੇ ਫੈਸਲੇ ਦਾ ਕਿਸਾਨ ਵਰਗ ਨੇ ਖੁੱਲ੍ਹ ਕੇ ਸਵਾਗਤ ਕੀਤਾ ਹੈ। ਜਲੰਧਰ ਲਾਗੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨੇ ਸਰਕਾਰ ਦੇ ਫੈਸਲੇ ਨੂੰ ਸਹੀ ਸਮੇਂ ਤੇ ਲਿਆ ਗਿਆ ਇੱਕ ਢੁਕਵਾਂ ਫੈਸਲਾ ਦੱਸਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਲਾਭ ਹੋਵੇਗਾ। ਇੱਕ ਰਿਪੋਰਟ। ਇਹ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਨੇ ਅਤੇ ਅਰਥ ਵਿਵਸਥਾ ਵਿੱਚ ਇਹਨਾਂ ਦਾ ਚੋਖਾ ਯੋਗਦਾਨ ਹੈ। ਇਸੇ ਮੰਤਵ ਨਾਲ ਕੇਂਦਰ ਸਰਕਾਰ ਵੀ ਕਿਸਾਨ ਪੱਖੀ ਫੈਸਲੇ ਲੈ ਕੇ ਅਤੇ ਖਾਦਾਂ ਤੇ ਸਬਸਿਡੀ ਦੇ ਕੇ ਕਿਸਾਨਾਂ ਦੇ ਹਿੱਤਾਂ ਦੀ ਲਗਾਤਾਰ ਰਾਖੀ ਕਰ ਰਹੀ ਹੈ। ਸਾਉਣੀ ਦੀਆਂ ਫਸਲਾਂ ਲਈ ਸਰਕਾਰ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਯਾਨੀ MSP ਦਾ ਐਲਾਨ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ। ਸਰਕਾਰ ਦੇ ਇਸ ਫੈਸਲੇ ਨੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਲਿਆ ਦਿੱਤੀ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਨਾਹਲ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਪੂਰੀ ਤਰ੍ਹਾਂ ਕਿਸਾਨ ਪੱਖੀ ਹੈ। ਮੇਰਾ ਨਾਮ ਸਤਪਾਲ ਸਿੰਘ, ਪਿੰਡ ਨਾਲ, ਜ਼ਿਲ੍ਹਾ ਜਲੰਧਰ। ਇੱਥੇ ਸਾਨੂੰ ਪ੍ਰੋਪਰ ਮੁੱਲ ਮਿਲੂਗਾ। ਵੱਧ ਤੋਂ ਵੱਧ ਅਸੀਂ ਬੀਜਾਂਗੇ, ਵੱਧ ਤੋਂ ਵੱਧ ਸਾਨੂੰ ਰੇਟ ਮੁੱਲ ਮਿਲਣਗੇ ਤੇ ਅਸੀਂ ਵੇਚਾਂਗੇ। ਪ੍ਰਧਾਨ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦਾ। ਮੈਂ ਵਿਦਿਆਨੰਦ ਨਾਹਲ। ਹੁਣ ਦਾਲਾਂ ਤੇ ਮਤਲਬ MSP ਦੇਤੀ ਹੈ, ਆਪਾਂ ਦਾਲਾਂ ਵੀ ਬੀਜਿਆ ਕਰਾਂਗੇ, ਛੋਲੇ ਮਸਰ ਵੀ ਬੀਜਾਂਗੇ ਤੇ ਉਹ ਜਿਹੜੇ ਬਾਹਰੋਂ ਮੰਗਾਉਂਦੇ ਸੀ ਹੁਣ ਆਪਾਂ ਇੱਥੇ ਜੇ ਪੈਦਾ ਕਰਾਂਗੇ, ਫਸਲ ਬੀਜਾਂਗੇ ਤੇ ਆਪਣਾ ਸਸਤਾ ਹੋਊਗਾ। ਚਲੋ ਬਹੁਤ ਵਧੀਆ ਗੱਲ ਹੈ। ਰਣਜੀਤ ਸਿੰਘ, ਜ਼ਿਲ੍ਹਾ ਜਲੰਧਰ। ਝੋਨੇ ਤੋਂ ਨਿਕਲ ਕੇ ਆਪਾਂ ਦੂਜੀਆਂ ਫਸਲਾਂ ਦੇ ਵਿੱਚ ਆਵਾਂਗੇ। ਇਹਦਾ ਕਰਕੇ ਆਪਾਂ ਨੂੰ ਪਾਣੀ ਦੀ ਬਹੁਤ ਬਚਤ ਹੋਊਗੀ। ਜਿਹੜਾ ਦਾਲਾਂ ਦੇ ਵਿੱਚ ਆ ਕੇ ਦਾਲਾਂ ਦੀ ਖੇਤੀ ਕਰਾਂਗੇ ਉਹਦੇ 'ਚ ਬਹੁਤ ਲਾਭਦਾਰ ਹੋਊਗਾ। ਆਪਣਾ ਜਿਹੜਾ ਫੈਸਲਾ ਰੇਟ ਬਹੁਤ ਵਧੀਆ ਸੋਹਣਾ ਬਣਤਾ। ਗਵਰਨਮੈਂਟ ਨਰਿੰਦਰ ਮੋਦੀ ਦਾ ਬਹੁਤ ਬਹੁਤ ਧੰਨਵਾਦ। ਕਿਸਾਨਾਂ ਮੁਤਾਬਕ ਫਸਲ ਲਗਾਉਣ ਸਮੇਂ ਹੀ ਘੱਟੋ ਘੱਟ ਸਮਰਥਨ ਮੁੱਲ ਦੇ ਐਲਾਨ ਨਾਲ ਉਹਨਾਂ ਨੂੰ ਫਸਲ ਲਈ ਢੁਕਵੀਂ ਕੀਮਤ ਮਿਲਣਾ ਯਕੀਨੀ ਬਣ ਜਾਂਦਾ ਹੈ। ਮੈਂ ਮਹਿੰਦਰ ਸਿੰਘ, ਪਿੰਡ ਨਾਲ, ਜ਼ਿਲ੍ਹਾ ਜਲੰਧਰ। ਸਮਰਥਨ ਮੁੱਲ ਜਿਹੜਾ ਹੈਗਾ ਮਿਥਨ ਦੇ ਨਾਲ ਇਹ ਰੇਟ ਜਿਹੜਾ ਫਸਲ ਜਿਹੜੀ ਉਹ ਰੁਲੂਗੀ ਨਹੀਂ ਔਰ ਫਸਲ ਜਿਹੜੀ ਉਹ ਚੁੱਕੀ ਜਾਏਗੀ। ਇਹ ਬੜੇ ਚਿਰਾਂ ਤੋਂ ਹੀ ਲਟਕਿਆ ਫੈਸਲਾ ਸੀਗਾ। ਮੈਂ ਆਪਣੇ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸੈਂਟਰ ਗਵਰਨਮੈਂਟ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਹ ਸਮਰਥਨ ਮੁੱਲ ਜਿਹੜਾ ਕਮ ਸੇ ਕਮ ਜਿਹੜਾ 14 ਫਸਲਾਂ ਦਾ ਬਣਿਆ ਹੈਗਾ, ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਮੈਂ ਕਮਲਜੀਤ ਸਿੰਘ, ਪਿੰਡ ਨਾਹਲ, ਜ਼ਿਲ੍ਹਾ ਜਲੰਧਰ। ਪਹਿਲਾਂ ਜਿਵੇਂ ਫਸਲਾਂ ਰੁਲਦੀਆਂ ਹੁੰਦੀਆਂ ਸੀਗੀਆਂ, ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਪ੍ਰੋਪਰ ਜਿਹੜਾ ਭਾਅ ਨਹੀਂ ਮਿਲਦਾ ਹੁੰਦਾ ਸੀਗਾ। ਹੁਣ MSP ਜੇ ਸਰਕਾਰ ਨੇ ਤੈਅ ਕੀਤੀ ਹੈ ਤੇ ਉਸ ਦੇ ਨਾਲ ਕੀ ਹੋਵੇਗਾ, ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਬਿਲਕੁਲ ਜੈਨੂਅਨ ਭਾਅ ਮਿਲੇਗਾ, ਜਿਸ ਦੇ ਨਾਲ ਉਹਨਾਂ ਦੀ ਆਮਦਨ ਵਿੱਚ ਵਾਧਾ ਹੋਊਗਾ ਤੇ ਇਹ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਹੈ। ਮੈਂ ਸਰਕਾਰ ਦਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਸਰਕਾਰ ਵੱਲੋਂ ਐਲਾਨੀਆਂ ਦਰਾਂ ਸਰਬ ਭਾਰਤੀ ਔਸਤ ਪੈਦਾਵਾਰ ਖਰਚ ਤੋਂ ਘੱਟ 1.5 ਗੁਣਾ ਵੱਧ ਨੇ। ਇਸ ਨਾਲ ਪੂੰਜੀਕਾਰੀ ਅਤੇ ਉਤਪਾਦਨ ਦੋਵੇਂ ਹੀ ਵਧਣਗੇ ਅਤੇ ਕਿਸਾਨਾਂ ਲਈ ਵੱਧ ਤੋਂ ਵੱਧ ਲਾਭ ਯਕੀਨੀ ਬਣੇਗਾ। ਸੁਤੰਤਰ ਕੁਮਾਰ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ, ਦੂਰਦਰਸ਼ਨ ਸਮਾਚਾਰ, ਜਲੰਧਰ। ਦੂਜੇ ਪਾਸੇ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨੇ ਵੀ ਕੇਂਦਰ ਸਰਕਾਰ ਵੱਲੋਂ ਐਲਾਨੇ ਘੱਟੋ ਘੱਟ ਸਮਰਥਨ ਮੁੱਲ ਦਾ ਭਰਵਾਂ ਸਵਾਗਤ ਕੀਤਾ ਹੈ। ਸਾਡੇ ਪੱਤਰਕਾਰ ਅੰਮ੍ਰਿਤਪਾਲ ਸਿੰਘ ਨੇ ਜ਼ਿਲ੍ਹੇ ਦੇ ਗਿਲਪੱਟੀ ਪਿੰਡ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕਿਸਾਨ ਪੋਲਾ ਸਿੰਘ, ਸੁਖਦੇਵ ਸਿੰਘ ਅਤੇ ਨਛੱਤਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਫੈਸਲਾ ਸਲਾਹਨਯੋਗ ਹੈ ਅਤੇ ਸਮਰਥਨ ਮੁੱਲ ਤੇ ਮੰਡੀਆਂ ਵਿੱਚ ਇਨ੍ਹਾਂ ਫਸਲਾਂ ਦੀ ਖਰੀਦ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਜੋ MSP ਵਧਾਈ ਹੈ ਸਰਕਾਰ ਨੇ, ਅਸੀਂ ਇਸ ਗੱਲ ਦਾ ਸਰਕਾਰ ਦਾ ਧੰਨਵਾਦ ਕਰਦੇ ਹਾਂ ਵੀ ਚੰਗਾ ਕੀਤਾ। ਕਿਸਾਨ ਪਹਿਲਾਂ ਮਾਰੇ ਗਏ ਸੀ, ਚੰਗੀ ਗੱਲ ਹੈ, ਕੋਈ 2 ਰੁਪਏ ਵੱਧ ਬਚਣਗੇ। ਪਰ ਇੱਕ ਗੱਲ ਸਾਡੀ ਬੇਨਤੀ ਹੈ ਵੀ MSP ਵਧਾਈ ਤਾਂ ਹੈ, ਪਰ MSP ਸਾਡੇ ਖਰਚੇ ਦੇ ਹਿਸਾਬ ਨਾਲ ਵਧਾਈ ਜਾਵੇ। ਜਿਸ ਤਰ੍ਹਾਂ ਸਾਡਾ ਖਰਚਾ ਹੁੰਦਾ ਫਸਲ ਤੇ, ਜਿਵੇਂ ਰੇਹ ਸਪਰੇਅ ਦੇ ਵੀ ਰੇਟ ਜ਼ਿਆਦਾ ਹੈ, ਉਸ ਤਰ੍ਹਾਂ ਉਹਦੇ ਹਿਸਾਬ ਨਾਲ ਸਾਡਾ ਕੈਲਕੂਲੇਟਰ ਕਰਕੇ ਫਿਰ ਸਾਡਾ ਵਧਾਇਆ ਜਾਵੇ। ਸਾਡੇ ਹੋਰ ਖਰਚੇ ਬਹੁਤ ਪੈਂਦੇ ਆ ਕਿਸਾਨੀ ਦੇ, ਜਿਵੇਂ ਘਰਾਂ ਦੇ ਜਾਂ ਲੇਬਰ ਦਾ, ਉਹ ਜਿਹੇ ਬਹੁਤ ਖਰਚੇ ਪੈਂਦੇ ਆ ਜਿਨ੍ਹਾਂ ਨੂੰ ਸਰਕਾਰ ਬਹੁਤ ਘੱਟ ਗਿਣਤੀ 'ਚ ਸੋਚਦੀ ਹੈ। ਸੋ ਅਸੀਂ ਆਨੇ ਵੀ ਸਾਰੇ ਖਰਚਿਆਂ ਦੇ ਹਿਸਾਬ ਨਾਲ ਸਾਡਾ ਰੇਟ ਵਧਾਇਆ ਜਾਵੇ। ਪਰ ਅਸੀਂ ਸਰਕਾਰ ਦਾ ਫਿਰ ਵੀ ਧੰਨਵਾਦ ਕਰਦੇ ਹਾਂ। ਤੇ ਇੱਕ ਅਸੀਂ ਗੱਲ ਹੋਰ ਕਰਦੇ ਹਾਂ ਵੀ ਜੋ ਸਾਡੇ ਇਹ MSP ਦਾ ਰੇਟ ਬੰਨਿਆ ਸਰਕਾਰ ਨੇ, ਇਹਨੂੰ ਖਰੀਦ ਜ਼ਰੂਰੀ ਕੀਤੀ ਜਾਵੇ ਦੀ ਮੰਡੀਆਂ ਦੇ ਵਿੱਚ। ਕਿਸੇ ਵੀ ਮੰਡੀ ਦੇ ਵਿੱਚ ਇਹਨਾਂ ਨੂੰ ਮਤਲਬ ਜ਼ਰੂਰੀ ਖਰੀਦਿਆ ਜਾਵੇ। ਕਈ ਫਸਲਾਂ ਇਹੋ ਜਿਹੀਆਂ ਉਹ ਅਸੀਂ ਬੀਜ ਲੈਂਦੇ ਹਾਂ, ਉਹਨਾਂ ਦੀ ਖਰੀਦ ਨਹੀਂ ਹੁੰਦੀ ਜੀ।
ਸਾਨੂੰ ਕਿਤੇ ਬਾਹਰ ਜਾ ਕੇ ਵੇਚਣੀਆਂ ਪੈਂਦੀਆਂ। ਬਹੁਤ ਜ਼ਿਮੀਂਦਾਰੀ ਚੋਂ ਨਿਕਲਣਗੇ ਚੱਕਰਾਂ 'ਚ, ਝੋਨੇ ਦੇ ਚੱਕਰਾਂ 'ਚੋਂ ਤੇ ਨਰਮੇ ਦੇ ਚੱਕਰ 'ਚ ਪੈਣਗੇ ਜੀ। ਮੱਕੀ ਹੋਈ, ਮੂੰਗੀ ਹੋਈ, MSC ਝੋਨੇ ਤੇ ਬਾਸਮਤੀ ਦੇਵੇ ਬਹੁਤ ਵਧੀਆ ਜੀ। ਇਹਨਾਂ ਦੇ ਕਰਦੇ ਤਾਂ ਪਾਣੀ ਦਾ ਬਹੁਤ ਜ਼ਿਆਦਾ ਬਚਾਅ ਹੋਊਗਾ ਪੰਜਾਬ ਦਾ। ਬਹੁਤ ਚੰਗੀ ਗੱਲ ਹੈ ਜੀ, ਸਰਕਾਰ ਨੇ MSP ਦਿੱਤੀ ਹੈ, ਪਰ ਕੁਝ ਗੱਲਾਂ ਇਹੋ ਜਿਹੀਆਂ ਹੈ ਜੀ ਵੀ ਇੱਥੇ ਖਰੀਦਣ ਨਹੀਂ ਆ ਰਹੀਆਂ ਏਜੰਸੀਆਂ। ਜਿਵੇਂ ਮੂੰਗੀ ਹੈ, ਮੂੰਗੀ ਸਾਨੂੰ ਜਗਰਾਓਂ ਵੇਚ ਕੇ ਆਉਣੀ ਪੈਂਦੀ ਹੈ, ਇੱਥੇ ਕੋਈ ਖਰੀਦ ਨਹੀਂ ਰਿਹਾ ਮੂੰਗੀ ਨੂੰ। ਵੀ ਸਰਕਾਰ ਨੂੰ ਇੱਕ ਯਕੀਨੀ ਬਣਾ ਦੇਣਾ ਚਾਹੀਦਾ ਹੈ ਵੀ ਹਰ ਇੱਕ ਮੰਡੀ ਦੇ ਵਿੱਚ ਹਰ ਇੱਕ ਫਸਲ ਵਿਕੇ ਤੇ ਸਰਕਾਰ ਖਰੀਦੇ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪੂਰੀ ਸ਼ਿੱਦਤ ਨਾਲ ਕੋਸ਼ਿਸ਼ਾਂ ਕਰਨ ਲਈ ਆਖਿਆ ਹੈ। ਚੰਡੀਗੜ੍ਹ ਵਿੱਚ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਹਰ ਸੰਭਵ ਤਰੀਕੇ ਨਾਲ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨਾ PPCB ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦੇ ਇਸ ਕੰਮ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ PPCB ਨੂੰ ਭੌਂ, ਪਾਣੀ ਅਤੇ ਪੌਣ ਪ੍ਰਦੂਸ਼ਣ ਦਾ ਘੱਟੋ-ਘੱਟ ਹੋਣਾ ਯਕੀਨੀ ਬਣਾਉਣ ਲਈ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਉਂਦੀਆਂ ਪੀੜ੍ਹੀਆਂ ਲਈ ਪੰਜਾਬ ਨੂੰ ਬਚਾਉਣ ਵਾਸਤੇ ਇਹ ਕੰਮ ਸਮੇਂ ਦੀ ਜ਼ਰੂਰਤ ਹੈ ਤੇ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ। ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿੱਚ ਮੂਸਾ ਪਿੰਡ ਦੇ 2 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰਨਾਂ ਰਾਜਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਕੌਮਾਂਤਰੀ ਅਪਰਾਧਕ ਪੁਲਿਸ ਸੰਗਠਨ ਯਾਨੀ ਇੰਟਰਪੋਲ ਵੱਲੋਂ ਕੈਨੇਡਾ 'ਚ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਅਤੇ ਗੈਂਗਸਟਰ ਤੋਂ ਦਹਿਸ਼ਤਗਰਦ ਬਣੇ ਹਰਵਿੰਦਰ ਸਿੰਘ ਉਰਫ ਰਿੰਦਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਚੱਲ ਰਹੀਆਂ ਨੇ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੌਕੇ ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਖਾਸ ਹੋ ਨਿਬੜੇਗਾ। ਅੱਜ ਅਸੀਂ ਤੁਹਾਨੂੰ ਮੋਢੇ ਦੀਆਂ ਤਕਲੀਫਾਂ ਦੂਰ ਕਰਨ ਬਾਰੇ ਸੌਖੇ ਯੋਗ ਆਸਨਾਂ ਬਾਰੇ ਜਾਣਕਾਰੀ ਦੇ ਰਹੇ ਹਾਂ। ਗਲਤ ਤਰੀਕੇ ਨਾਲ ਬੈਠਣ ਨਾਲ ਮੋਢੇ ਦੀਆਂ ਤਕਲੀਫਾਂ 'ਚ ਵਾਧਾ ਹੁੰਦਾ ਹੈ। ਵਜਰਾਸਨ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਬੈਠ ਕੇ ਕੀਤਾ ਜਾ ਸਕਦਾ है। अपनी हथेलियों को इस तरह से फोल्ड करना कि हमारी जो सेकंड फिंगर है, बड़े लंबे वाली जो उंगली होती है, उसको अपने कंधों से छू देंगे और फिर दोनों कोहनियों को मिलाना, एल्बोज को ऊपर ले जाना, गर्दन नहीं हिलेगी, गर्दन सीधी रहेगी, पीछे ले जाना, नीचे ले आना। इस तरह से 10 बार हम क्लॉकवाइज मूवमेंट देंगे, गर्दन को आगे नहीं झुकाएंगे। इस प्रैक्टिस में गर्दन सीधी रहेगी। 10 times clockwise, 10 times anti-clockwise। ਭਾਰਤ ਇਸ ਮਹੀਨੇ ਦੀ 16 ਤੇ 17 ਤਰੀਕ ਨੂੰ ਆਸੀਆਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਵਿਸ਼ੇਸ਼ ਬੈਠਕ ਦੀ ਮੇਜ਼ਬਾਨੀ ਕਰੇਗਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਭਾਰਤ ਪਹਿਲੀ ਵਾਰ ਇਸ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਦੇ ਨਾਲ ਹੀ ਦਿੱਲੀ ਡਾਇਲੌਗ ਦਾ 12ਵਾਂ ਐਡੀਸ਼ਨ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਦਿੱਲੀ ਡਾਇਲੌਗ ਦਾ ਵਿਸ਼ਾ ਹੈ ਭਾਰਤ ਪ੍ਰਸ਼ਾਂਤ ਖੇਤਰ ਨੂੰ ਜੋੜਨਾ। ਮੰਤਰੀ ਪੱਧਰੀ ਸੈਸ਼ਨ ਵਿੱਚ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਆਸੀਆਨ ਦੇਸ਼ਾਂ ਦੇ ਵਿਦੇਸ਼ ਮੰਤਰੀ ਹਿੱਸਾ ਲੈਣਗੇ। ਆਸੀਆਨ ਨੂੰ ਭਾਰਤ ਦੀ ਐਕਟ ਈਸਟ ਨੀਤੀ ਦਾ ਧੁਰਾ ਦੱਸਦਿਆਂ ਬਾਗਚੀ ਨੇ ਕਿਹਾ ਕਿ ਆਸੀਆਨ ਭਾਰਤ ਦੇ ਵਿਦੇਸ਼ ਮੰਤਰੀਆਂ ਦੀ ਇਹ ਮੀਟਿੰਗ ਗੱਲਬਾਤ ਸੰਬੰਧਾਂ ਦੀ 30ਵੀਂ ਵਰ੍ਹੇਗੰਢ ਅਤੇ ਆਸੀਆਨ ਨਾਲ ਰਣਨੀਤਕ ਭਾਈਵਾਲੀ ਦੀ 10ਵੀਂ ਵਰ੍ਹੇਗੰਢ ਵੀ ਮਨਾਏਗੀ। ਚੀਨ ਨਾਲ ਸਰਹੱਦੀ ਵਿਵਾਦ ਦੇ ਮੁੱਦੇ ਤੇ ਬਾਗਚੀ ਨੇ ਕਿਹਾ ਕਿ ਭਾਰਤ ਚੀਨ ਵੱਲੋਂ ਕੀਤੇ ਜਾ ਰਹੇ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਸਰਹੱਦੀ ਖੇਤਰਾਂ ਦੀ ਹਲਚਲ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਵਚਨਬੱਧ ਹੈ। ਇਸ ਲਈ ਸਾਰੇ ਢੁਕਵੇਂ ਕਦਮ ਚੁੱਕੇ ਗਏ ਨੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਉਪਰਾਲੇ ਕੀਤੇ ਨੇ। India will host the special ASEAN-India Foreign Ministers meeting, SAI-FM, on 16th, 17th June to mark the 30th anniversary of our dialogue relations and the 10th anniversary of our strategic partnership with ASEAN. EAM, Dr. S. Jayashankar and His Excellency Mr. Vivian Balakrishnan, Foreign Minister of Singapore, and who's India's country coordinator in ASEAN, will co-chair the meeting. Foreign Minister of other ASEAN member states and ASEAN Secretary General will participate in the SAI-FMM.
ਦੱਖਣ ਅਫਰੀਕਾ ਦੀ ਟੀਮ ਨੇ ਭਾਰਤ ਨੂੰ 7 ਵਿਕਟਾਂ ਦੇ ਫਰਕ ਨਾਲ ਹਰਾ ਕੇ ਮੌਜੂਦਾ 5 T20 ਕੌਮਾਂਤਰੀ ਕ੍ਰਿਕਟ ਮੈਚਾਂ ਦੀ ਲੜੀ ਵਿੱਚ ਪਹਿਲੀ ਜਿੱਤ ਹਾਸਲ ਕੀਤੀ ਹੈ। ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਟੀਮ ਨੇ ਮਿੱਥੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਤੇ 211 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਸਭ ਤੋਂ ਵੱਧ 76 ਦੌੜਾਂ ਜੋੜੀਆਂ। ਜਵਾਬ ਵਿੱਚ ਦੱਖਣ ਅਫਰੀਕਾ ਦੀ ਟੀਮ ਨੇ 5 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਦੇ ਨੁਕਸਾਨ ਤੇ 212 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਲੜੀ ਦਾ ਦੂਜਾ ਮੈਚ 12 ਜੂਨ ਨੂੰ ਕੱਤਕ ਵਿੱਚ ਖੇਡਿਆ ਜਾਵੇਗਾ। ਹਰਿਆਣਾ ਦੇ ਪੰਚਕੂਲਾ ਸਮੇਤ ਹੋਰ ਸ਼ਹਿਰਾਂ ਵਿੱਚ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਸ 'ਚ ਹਰਿਆਣਾ 33 ਸੋਨ ਤਮਗੇ ਜਿੱਤ ਕੇ ਇੱਕ ਵਾਰ ਫਿਰ ਮੈਡਲ ਸੂਚੀ ਵਿੱਚ ਪਹਿਲੀ ਥਾਂ ਤੇ ਆ ਗਿਆ ਹੈ। ਹਰਿਆਣਾ ਨੇ ਚਾਂਦੀ ਦੇ 27 ਤੇ ਕਾਂਸੇ ਦੇ 36 ਮੈਡਲ ਜਿੱਤੇ ਨੇ। ਮਹਾਰਾਸ਼ਟਰ 29 ਸੋਨ 28 ਚਾਂਦੀ ਅਤੇ 28 ਕਾਂਸੇ ਤਮਗੇ ਜਿੱਤ ਕੇ ਦੂਜੀ ਥਾਂ ਤੇ ਹੈ। ਮਣੀਪੁਰ 13 ਸੋਨ ਤਮਗਿਆਂ ਨਾਲ ਤੀਜੀ, ਜਦਕਿ ਪੰਜਾਬ 8 ਸੋਨ ਤਮਗਿਆਂ ਨਾਲ ਪੰਜਵੀਂ ਥਾਂ ਤੇ ਬਣਿਆ ਹੋਇਆ ਹੈ। ਵੇਟ ਲਿਫਟਿੰਗ ਦੇ 102 ਕਿਲੋਗ੍ਰਾਮ ਭਾਰ ਵਰਗ ਵਿੱਚ ਹਰਿਆਣੇ ਦੇ ਆਸੀਸ ਨੇ ਸੋਨ ਤਮਗਾ ਜਿੱਤਿਆ, ਜਦਕਿ ਉੱਤਰ ਪ੍ਰਦੇਸ਼ ਦੇ ਗੌਤਮ ਸਿੰਘ ਨੇ ਚਾਂਦੀ ਦਾ ਤੇ ਚੰਡੀਗੜ੍ਹ ਦੇ ਪਰਵੀਰ ਸਿੰਘ ਨੇ ਕਾਂਸੇ ਦਾ ਤਮਗਾ ਹਾਸਲ ਕੀਤਾ। ਮੌਸਮ ਵਿਭਾਗ ਨੇ ਪੰਜਾਬ ਸਮੇਤ ਦਿੱਲੀ, ਐਨਸੀਆਰ ਅਤੇ ਉੱਤਰ ਪੱਛਮੀ ਭਾਰਤ ਦੇ ਹੋਰਨਾਂ ਹਿੱਸਿਆਂ 'ਚ ਇਸ ਹਫ਼ਤੇ ਦੇ ਆਖਿਰ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ ਕੁਝ ਗਿਰਾਵਟ ਦੀ ਉਮੀਦ ਜਤਾਉਂਦਿਆਂ ਕਿਹਾ ਕਿ 15 ਜੂਨ ਤੱਕ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਮੌਸਮ ਆਮ ਵਾਂਗ ਬਣਿਆ ਰਹੇਗਾ। ਅਗਲੇ 4-5 ਦਿਨਾਂ ਦੌਰਾਨ ਕੁਝ ਇੱਕ ਹਿੱਸਿਆਂ ਵਿੱਚ ਹਲਕੀ ਬੱਦਲਵਾਈ ਬਣੇ ਰਹਿਣ, ਧੂੜ ਭਰੀ ਹਨੇਰੀ ਚੱਲਣ ਅਤੇ ਕਿਤੇ-ਕਿਤੇ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਦਰਸਾਈ ਗਈ ਹੈ। ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ 16 ਜੂਨ ਤੋਂ ਬਾਅਦ ਪ੍ਰੀ ਮੌਨਸੂਨ ਮੀਂਹ ਅਤੇ ਹਨੇਰੀਆਂ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਮਾਨਸੂਨ ਸਧਾਰਨ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਅਗਲੇ 2 ਦਿਨਾਂ 'ਚ ਇਸ ਦੇ ਮਹਾਰਾਸ਼ਟਰ ਪੁੱਜਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਮੈਂ ਸਟੂਡੀਓ ਤੋਂ ਮਾਸਕ ਲਗਾ ਕੇ ਬਾਹਰ ਜਾ ਰਹੀ ਹਾਂ ਤੇ ਤੁਸੀਂ ਵੀ ਘਰੋਂ ਬਾਹਰ ਨਿਕਲਣ ਲੱਗੀ ਮਾਸਕ ਜ਼ਰੂਰ ਪਹਿਨੋ। ਦਿਓ ਆਗਿਆ। ਨਮਸਕਾਰ।